ਸਾਰੇ ਹੀ ਤੁਸੀਂ ਇੱਥੇ ਵੀ ਲਗਾ ਲਓ, ਅਗਰ ਇੱਥੇ ਰੀਜਨ ਦੀ ਗੱਲ ਕੀਤੀ ਜਾਵੇ ਸਾਰੇ ਮੇਲ ਕਾਰਟੂਨਿਸਟ ਨੇ। ਸੋ ਮੇਰੇ ਲਈ ਕਾਫੀ ਚੈਲੰਜਿੰਗ ਸੀ ਕਿ ਮੈਨੂੰ ਕਿੱਦਾਂ ਲੋਕੀ ਅਪਣਾਉਣਗੇ ਜਾਂ ਕਿੱਦਾਂ ਮੇਰਾ ਕੰਮ ਚੱਲੇਗਾ। ਸੀਗਾ ਕੇਜਰੀਵਾਲ ਜੀ ਦਾ ਇੱਕ ਮੌਕਾ ਕੇਜਰੀਵਾਲ ਨੂੰ, ਇੱਕ ਸੀ ਸਾਡਾ ਭਗਵੰਤ ਮਾਨ, ਮੈਂ ਸਟਾਰਟ ਕੀਤਾ ਕੈਂਪੇਨ। ਫਿਰ ਇਸ ਤੋਂ ਬਾਅਦ ਜਿੱਦਾਂ ਹੀ ਇਹ ਪਪੂਲਰ ਹੋ ਗਏ ਤੇ ਯੂਪੀ ਵਾਲਿਆਂ ਦਾ ਵੀ ਆ ਗਿਆ ਮੇਰੇ ਕੋਲ ਕੈਂਪੇਨ। ਸੋ ਉਹਨਾਂ ਦੇ ਵੀ ਮੈਂ ਅਲੱਗ-ਅਲੱਗ ਕੈਂਪੇਨਸ ਕੀਤੇ, ਜਿਵੇਂ ਇੱਕ ਸੀਗਾ ਬੂਆ ਐਂਡ ਬਬੂਆ ਤੇ ਇੱਕ ਸੀਗਾ ਸੱਤਾ ਭੋਗੀ ਧਰਮ ਭੋਗੀ। ਉਦੋਂ ਯੋਗੀ ਜੀ ਦੇ ਉੱਤੇ ਸਾਰੀ ਸੀਰੀਜ਼ ਚਲਾਈ। ਜੇ ਕਿਸੇ ਦਾ ਕਾਰਟੂਨ ਬਣਾਉਣਾ ਤਾਂ ਸਭ ਤੋਂ ਪਹਿਲਾਂ ਮੈਂ ਉਹਦੀ ਵੀਡੀਓਜ਼ ਦੇਖਦੀ ਹਾਂ। ਜਿਵੇਂ ਕੋਈ ਪੋਲੀਟੀਕਲ ਲੀਡਰਸ ਨੇ, ਉਹਨਾਂ ਦੀ ਇੰਟਰਵਿਊ ਸੁਣਦੀ ਹਾਂ ਕਿ ਉਹ ਕਿਸ ਟਾਈਮ ਕੀ ਕਰਦੇ ਨੇ ਜਾਂ ਉਹਨਾਂ ਦੇ ਕੀ ਰਿਐਕਸ਼ਨਸ ਨੇ, ਉਹ ਬੋਲਦੇ ਕਿਸ ਤਰ੍ਹਾਂ ਨੇ, ਉਸੇ ਤੋਂ ਉਹਨਾਂ ਦਾ ਨੇਚਰ ਦਾ ਪਤਾ ਚੱਲ ਜਾਂਦਾ। ਤਾਂ ਇਹਦੇ ਨਾਲ ਮੈਨੂੰ ਜਲਦੀ ਆਸਾਨੀ ਨਾਲ ਕੈਰੈਕਟਰ ਨਿਕਲ ਜਾਂਦਾ ਉਸਦਾ। ਅੱਜ ਦੇ ਸਮੇਂ ਦੇ ਵਿੱਚ ਹਰ ਕੁਝ ਡਿਜੀਟਲ ਹੋ ਰਿਹਾ ਹੈ ਤੇ ਲੋਕੀ ਵੀ ਡਿਜੀਟਲ ਦੇ ਨਾਲ ਜ਼ਿਆਦਾ ਕਨੈਕਟ ਕਰਦੇ ਨੇ। ਤੇ ਇਸ ਬਾਰੇ ਚੋਣਾਂ ਦੀ ਜੇਕਰ ਗੱਲ ਕੀਤੀ ਜਾਵੇ ਤੇ ਡਿਜੀਟਲਾਈਜ਼ ਤੁਸੀਂ ਕਾਫੀ ਸਾਰੇ WhatsApp ਮੈਸੇजेस, Facebook ਜਾਂ ਫਿਰ ਸੋਸ਼ਲ ਮੀਡੀਆ ਤੇ ਕਾਰਟੂਨਸ ਨੂੰ ਤੁਸੀਂ ਕਾਫੀ ਜ਼ਿਆਦਾ ਦੇਖਿਆ ਹੋਣਾ। ਤੇ ਸਾਡੇ ਨਾਲ ਮੌਜੂਦ ਨੇ ਕਾਰਟੂਨਿਸਟ, ਉਹਨਾਂ ਨੂੰ ਕਾਰਟੂਨਿਸਟ ਕਿਹਾ ਜਾਂਦਾ ਹੈ, ਦਲਜੀਤ ਕੌਰ ਕਾਰਟੂਨ ਬਣਾਉਂਦੇ ਨੇ ਜਿਸ ਨੂੰ ਡਿਜੀਟਲ ਆਰਟ ਵੀ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਟੁਡੇ ਤੇ। ਤੁਹਾਡਾ ਜਿਹੜਾ ਜੌਬ ਪ੍ਰੋਫਾਈਲ ਰਿਹਾ, ਹੁਣ ਤੁਸੀਂ ਆਪਣਾ ਪਰਸਨਲ ਕਰ ਰਹੇ ਹੋ, ਸਭ ਤੋਂ ਪਹਿਲਾਂ ਤਾਂ ਇਹ ਬਤਾਓ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਾਰਟੂਨ ਦਾ, ਡਿਜੀਟਲ ਆਰਟ ਦਾ ਕਿੰਨਾ ਕੀ ਟ੍ਰੈਂਡ बढ़ਿਆ ਹੈ? ਜੀ ਮੈਂ ਤਾਂ ਇਹ ਕਹੂੰਗੀ ਕਿ ਡਿਜੀਟਲ ਆਰਟ ਦਾ ਆਈ ਥਿੰਕ ਪੈਂਡੇਮਿਕ 'ਚ ਜ਼ਿਆਦਾ ਟ੍ਰੈਂਡ ਬਣਿਆ ਹੈ। ਬਿਕੋਜ਼ ਉਸ ਟਾਈਮ ਜੋ ਹੈ ਨਾ, ਲੋਕਾਂ ਕੋਲ ਕੋਈ ਆਪਸ਼ਨ ਨਹੀਂ ਸੀ। ਮੈਂ ਦੇਖਿਆ ਕਈ ਲੋਕਾਂ ਨੇ ਆਪਣਾ ਆਨਲਾਈਨ ਹੀ ਕੰਮ ਸ਼ੁਰੂ ਕਰਤਾ, ਸਾਰਾ ਕੁਝ ਡਿਜੀਟਲ ਹੋ ਗਿਆ। ਈਵਨ ਅਗਰ ਆਪਾਂ ਗੱਲ ਕਰੀਏ ਤਾਂ ਪੰਜਾਬ ਦੀ ਇਲੈਕਸ਼ਨਸ ਦੀ, ਤਾਂ ਉਸ ਵੇਲੇ ਕੋਈ ਜਾ ਕੇ ਆਪਣਾ ਕੈਂਪੇਨ ਨਹੀਂ ਕਰ ਸਕਦਾ ਸੀ ਸਟਾਰਟ। ਸੋ ਉਦੋਂ ਇਹ ਬਹੁਤ ਹੀ ਅੱਛਾ ਮਾਧਿਅਮ ਸੀ ਲੋਕਾਂ ਤੱਕ ਮੈਸੇਜ ਪਹੁੰਚਾਉਣ ਦਾ। ਸੋ ਉਸ ਟਾਈਮ ਮੈਂ ਇਹ ਕੰਮ ਕੀਤਾ, ਸੋ ਜੋ ਕਿ ਕਾਫੀ ਪਪੂਲਰ ਹੋ ਗਿਆ ਸੀ। ਦਲਜੀਤ, ਜਦ ਤੁਸੀਂ ਇਸ ਚੀਜ਼ ਦੀ ਪੜ੍ਹਾਈ ਕੀਤੀ ਉਸ ਵੇਲੇ ਡਿਜੀਟਲ ਆਰਟ ਇੰਨਾ ਮਸ਼ਹੂਰ ਨਹੀਂ ਸੀ, ਲੋਕੀ ਆਰਟ ਸਿੱਖਦੇ ਸੀ, ਲੇਕਿਨ ਉਹ ਪੇਂਟਿੰਗਸ ਵਾਲਾ ਆਰਟ ਹੋ ਗਿਆ, ਇਹ ਇਸ ਵੱਲ ਜ਼ਿਆਦਾ ਧਿਆਨ ਸੀਗਾ। ਤੇ ਹਾਊ ਡਿਡ ਯੂ ਗੈਟ ਇਨਟੂ ਦਿਸ ਕਿ ਤੁਸੀਂ ਇਹੀ ਆਰਟ ਕਰਨਾ ਹੈ? ਇਹ ਦੇਖੋ, ਮੈਂ ਸਟਾਰਟਿੰਗ ਤੋਂ ਹੀ ਚਾਹੁੰਦੀ ਸੀ ਕਿ ਮੈਂ ਕਾਰਟੂਨਿਸਟ ਬਣਾ। ਮੈਂ ਫਾਈਨ ਆਰਟਸ ਦੇ ਵਿੱਚ ਹੀ MA ਕੀਤੀ ਆ ਤੇ ਉਸ ਤੋਂ ਬਾਅਦ ਮੇਰਾ ਯੂਨੀਵਰਸਿਟੀ ਦੇ ਵਿੱਚ 골ਡ ਮੈਡਲਸ ਆਏ ਸੀ ਇਸੇ ਦੇ ਵਿੱਚ ਐਜ਼ ਅ ਕਾਰਟੂਨਿਸਟ। ਸੋ ਉੱਥੋਂ ਮੈਨੂੰ ਪਤਾ ਚੱਲਿਆ ਸੀ ਕਿ ਮੈਨੂੰ ਕਾਰਟੂਨਿਸਟ ਹੀ ਬਣਨਾ ਚਾਹੀਦਾ ਹੈ। ਤੇ ਕਈ ਟੀਚਰਸ ਨੇ ਵੀ, ਲੈਕਚਰਰ ਨੇ ਵੀ ਮੈਨੂੰ ਕਿਹਾ ਕਿ ਤੁਸੀਂ ਇਹੀ ਪ੍ਰੋਫੈਸ਼ਨ ਆ ਵਿਚ ਇਜ਼ ਰਾਈਟ ਫॉर ਯੂ। ਬਟ ਦੇਖੋ, ਇਸ ਫੀਲਡ ਦੇ ਵਿੱਚ ਐਸਾ ਹੈ ਕਿ ਕੋਈ ਫੀਮੇਲ ਕਾਰਟੂਨਿਸਟ ਨਹੀਂ ਹੈ। ਇਹ ਮੇਰੇ ਲਈ ਬਹੁਤ ਵੱਡਾ ਚੈਲੰਜ ਸੀ ਕਿਉਂਕਿ ਸਾਰੇ ਹੀ, ਤੁਸੀਂ ਇੱਥੇ ਵੀ ਲਗਾ ਲਓ, ਅਗਰ ਇੱਥੇ ਰੀਜਨ ਦੀ ਗੱਲ ਕੀਤੀ ਜਾਵੇ ਸਾਰੇ ਮੇਲ ਕਾਰਟੂਨਿਸਟ ਨੇ। ਸੋ ਮੇਰੇ ਲਈ ਕਾਫੀ ਚੈਲੰਜਿੰਗ ਸੀ ਕਿ ਮੈਨੂੰ ਕਿੱਦਾਂ ਲੋਕੀ ਅਪਣਾਉਣਗੇ ਜਾਂ ਕਿੱਦਾਂ ਮੇਰਾ ਕੰਮ ਚੱਲੇਗਾ। ਬਟ ਮੈਂ ਕਾਫੀ ਉਦੋਂ ਹਾਰਡ ਵਰਕ ਕੀਤਾ, ਸਟਰਗਲ ਕੀਤਾ ਤੇ ਅੱਛਾ ਮੈਂ ਕੰਮ ਕਰ ਰਹੀ ਹਾਂ। ਮੇਲ ਕਾਰਟੂਨਿਸਟ ਦੀ ਤੁਸੀਂ ਗੱਲ ਕੀਤੀ, ਜਦ ਅਸੀਂ ਛੋਟੇ ਸੀਗੇ ਤੇ ਅਸੀਂ ਚਾਚਾ ਚੌਧਰੀ ਜਿਹੜੀ ਕਿਤਾਬਾਂ ਆਉਂਦੀ ਸੀ ਨਾ, ਉਹ ਕਾਰਟੂਨ ਦੇਖਦੇ ਸੀ। ਡਿਜੀਟਲਾਈਜ਼ ਕਰਨ ਦੇ ਵਿੱਚ ਉਹਨੂੰ ਮਤਲਬ ਕੀ ਕਰਨਾ ਪੈਂਦਾ ਹੈ, ਕੀ ਪੂਰਾ ਸਿਸਟਮ ਕੀ ਰਹਿੰਦਾ ਹੈ, ਪ੍ਰੋਸੀਜਰ ਕੀ ਰਹਿੰਦਾ ਹੈ? ਹਾਂਜੀ, ਇਸ 'ਚ ਨਾ ਪਹਿਲਾਂ ਤਾਂ ਦੇਖੋ, ਜਦੋਂ ਮੈਂ ਨਿਊਜ਼ਪੇਪਰ ਜੁਆਇਨ ਕੀਤਾ ਸੀ ਉਸ ਵੇਲੇ ਕੀ ਹੁੰਦਾ ਸੀ ਕਿ ਮੈਂ ਹੈਂਡਮੇਡ ਬਣਾਉਂਦੀ ਸੀ ਡਰਾਇੰਗਸ, ਸਕੈਚ, ਪੈਨਸਿਲ ਦੇ ਨਾਲ ਡਰਾ ਕਰਨੀ ਸ਼ੀਟ, ਤੇ ਉਸ ਤੋਂ ਬਾਅਦ ਅਸੀਂ ਸਕੈਨਿੰਗ ਕਰਦੇ ਸੀ, ਫਿਰ ਫੋਟੋਸ਼ਾਪ 'ਚ ਕਲਰਿੰਗ ਸ਼ੁਰੂ ਹੋ ਜਾਂਦੀ ਸੀ। ਬਟ ਵਿਦਿਨ ਐਨ ਈਅਰ ਇਹ ਥੋੜ੍ਹਾ ਜਿਹਾ ਚੇਂਜ ਹੋ ਗਿਆ ਸਿਸਟਮ। ਉਹ ਆਈਪੈਡਸ ਆ ਗਏ, ਡਿਫਰੈਂਟ ਸਟਾਈਲਸ ਐਪਸ। ਸੋ ਉਹਦੇ ਨਾਲ ਮੈਂ ਫਿਰ, ਜਿਵੇਂ ਤੁਸੀਂ ਇੱਥੇ ਬਣਾ ਰਹੇ ਹੋ ਡਰਾਇੰਗ, ਸਿੱਧਾ ਸਕੈਚਿੰਗ ਵੀ ਤੁਸੀਂ ਡਾਇਰੈਕਟ ਕਰ ਸਕਦੇ ਸੀ, ਸਕੈਨਿੰਗ ਦੀ ਲੋੜ ਨਹੀਂ ਪਈ ਮੈਨੂੰ। ਸੋ ਮੈਨੂੰ ਉਹ ਜ਼ਿਆਦਾ ਆਪਸ਼ਨ ਠੀਕ ਲੱਗਿਆ। ਸੋ ਉੱਥੋਂ ਹੈਂਡਮੇਡ ਤੋਂ ਮੈਂ ਸਿੱਧਾ ਡਿਜੀਟਲ 'ਤੇ ਆ ਗਈ ਤੇ ਉਹ ਸਕਰੀਨ ਦੇ ਉੱਤੇ ਵਰਕ ਚੱਲਦਾ ਰਹਿੰਦਾ ਸੀ ਮੇਰਾ। ਤੇ ਇੱਥੋਂ ਦੀ ਐਵੇਂ ਡਰਾਇੰਗ, ਹਾਂ ਥੋੜ੍ਹਾ ਜਿਹਾ ਟਫ ਹੈ ਸਟਾਰਟਿੰਗ 'ਚ, ਤੁਹਾਡਾ ਹੱਥ, ਜਿਵੇਂ ਤੁਸੀਂ ਆਰਟਿਸਟ ਹੋ, ਥੋੜ੍ਹਾ ਜਿਹਾ ਔਖਾ ਬੈਠਦਾ ਹੱਥ। ਬਟ ਅਗਰ ਤੁਹਾਡਾ ਬੈਠ ਗਿਆ ਤਾਂ ਬਹੁਤ ਹੀ ਵਧੀਆ, ਬਿਕੋਜ਼ ਇਸ 'ਚ ਤੁਸੀਂ ਅਨਡੂ ਕਰਕੇ ਇਰੇਜ਼ ਸਭ ਕੁਝ ਹੋ ਜਾਂਦਾ ਹੈ ਡਿਜੀਟਲੀ। ਤੁਸੀਂ ਵੱਖਰੀ ਪੋਲੀਟੀਕਲ ਪਾਰਟੀਆਂ ਦੇ ਲਈ ਕੈਂਪੇਨ ਕੀਤਾ ਤਾਂ ਕਿੰਨਾ ਕਿ ਡਿਫਿਕਲਟ ਹੁੰਦਾ ਸੀ, ਕਿਉਂਕਿ ਮਾਈਂਡਸੈਟ ਪਤਾ ਨਹੀਂ ਲੱਗਦਾ ਸੀ, ਕਦੇ ਇੱਕ ਪਾਰਟੀ ਦੇ ਲਈ ਕਰਨਾ ਹੈ, ਕਦੀ ਦੂਜੀ ਪਾਰਟੀ ਦੇ ਲਈ ਕਰਨਾ ਹੈ। ਤੇ ਕਿੱਦਾਂ ਕਰਦੇ ਸੀ, ਲਾਈਕ ਆਪਣਾ ਜਿਹੜਾ ਪ੍ਰੋਸੀਜਰ ਹੈ ਮਾਈਂਡ ਦਾ, ਉਹ ਕਿੱਦਾਂ ਚਲਾਉਂਦੇ ਸੀ? ਨਹੀਂ, ਇਲੈਕਸ਼ਨ ਦੇ ਵੇਲੇ ਤਾਂ ਮੇਰਾ ਸਾਰਾ ਦਿਨ ਹੀ ਦਿਮਾਗ ਘੁੰਮਦਾ ਰਹਿੰਦਾ ਸੀ ਕਿ ਇਹਦੇ ਲਈ ਉਹ ਕਰਨਾ, ਇਹਦੇ ਲਈ ਇਹ ਬਣਾਉਣਾ ਹੈ। ਬਿਕੋਜ਼ ਸਭ ਦਾ ਮੈਂ ਅਲੱਗ-ਅਲੱਗ ਕੈਂਪੇਨ ਕੀਤਾ ਹੈ, ਆਪ ਦੇ ਵੀ ਅਲੱਗ-ਅਲੱਗ ਸੀਗੇ ਕੈਂਪੇਨਸ ਜਿਨ੍ਹਾਂ ਨੂੰ ਮੈਂ ਅੱਗੇ ਕੀਤਾ। ਇੱਕ ਸੀਗਾ ਕੇਜਰੀਵਾਲ ਜੀ ਦਾ ਇੱਕ ਮੌਕਾ ਕੇਜਰੀਵਾਲ ਨੂੰ, ਇੱਕ ਸੀ ਸਾਡਾ ਭਗਵੰਤ ਮਾਨ, ਮੈਂ ਸਟਾਰਟ ਕੀਤਾ ਕੈਂਪੇਨ। ਫਿਰ ਇਸ ਤੋਂ ਬਾਅਦ ਜਿੱਦਾਂ ਹੀ ਇਹ ਪਪੂਲਰ ਹੋ ਗਏ ਤੇ ਯੂਪੀ ਵਾਲਿਆਂ ਦਾ ਵੀ ਆ ਗਿਆ ਮੇਰੇ ਕੋਲ ਕੈਂਪੇਨ। ਸੋ ਉਹਨਾਂ ਦੇ ਵੀ ਮੈਂ ਅਲੱਗ-ਅਲੱਗ ਕੈਂਪੇਨਸ ਕੀਤੇ, ਜਿਵੇਂ ਇੱਕ ਸੀਗਾ ਬੂਆ ਐਂਡ ਬਬੂਆ ਤੇ ਇੱਕ ਸੀਗਾ ਸੱਤਾ ਭੋਗੀ ਧਰਮ ਭੋਗੀ।
ਉਦੋਂ ਯੋਗੀ ਜੀ ਦੇ ਉੱਤੇ ਸਾਰੀ ਸੀਰੀਜ਼ ਚਲਾਈ। ਸੋ ਸਾਰਾ ਦਿਨ ਹੀ ਨਾ ਮੇਰਾ ਨਿਊਜ਼ 'ਚ ਚੱਲਦਾ ਰਹਿੰਦਾ ਸੀ। ਇੱਕ ਪਾਸੇ ਪੰਜਾਬ ਦੀ ਚੱਲਦੀ ਸੀ, ਇੱਕ ਪਾਸੇ ਆ ਦੂਜੀ ਚੱਲਦੀ ਸੀਗੀ ਯੂਪੀ ਵਾਲੀ। ਸੋ ਐਦਾਂ ਚੱਲਦਾ ਸੀ ਜੀ। ਇਹ ਵੀ ਦੱਸ ਦਿੰਦੇ ਆ ਕਿ ਜਿਨ੍ਹਾਂ ਦੇ ਲਈ ਇਹਨਾਂ ਨੇ ਕੈਂਪੇਨ ਕੀਤਾ ਉਹ ਦੋਨੋਂ ਹੀ ਪਾਰਟੀਆਂ ਜਿੱਤ ਗਈ ਨੇ ਆਪਣੇ ਆਪਣੇ ਸਟੇਟਸ ਤੇ। ਜੀ ਬਿਲਕੁਲ ਬਿਲਕੁਲ। ਦੇਖੋ ਮੈਂ ਪੰਜਾਬ 'ਚ ਆਪ ਲਈ ਕੰਮ ਕੀਤਾ ਸੀ ਤੇ ਉਹ ਜਿੱਤ ਚੁੱਕੇ ਨੇ ਅੱਜ, ਤੇ ਯੂਪੀ 'ਚ ਮੈਂ ਯੋਗੀ ਜੀ ਲਈ ਕੰਮ ਕੀਤਾ, ਉਹ ਵੀ ਜਿੱਤ ਚੁੱਕੇ ਨੇ। ਪਹਿਲੇ ਪਤਾ ਸੀ? ਨਹੀਂ, ਮੈਨੂੰ ਪਤਾ ਤਾਂ ਨਹੀਂ ਸੀ। ਹਾਂ, ਮੈਂ ਮਿਹਨਤ ਬਹੁਤ ਕੀਤੀ ਸੀ ਔਰ ਮੈਨੂੰ ਪੂਰਾ ਯਕੀਨ ਸੀ ਕਿ ਇਹ ਜਿੱਤ ਜਾਣਗੇ, ਬਿਕੋਜ਼ ਹਾਂ ਅਜਿਹੇ ਕਾਰਟੂਨ ਪਹਿਲੇ ਤਿਆਰ ਕਰ ਦਿੱਤੇ ਸੀ ਕਿ ਹਾਂ ਬਿਲਕੁਲ। ਹਾਂ, ਮੈਂ ਤੁਹਾਨੂੰ ਇਹ ਦੱਸਦੀ ਹਾਂ ਕਿ ਇਸ ਵਾਰੀ ਇੰਨਾ ਕੌਨਫੀਡੈਂਸ ਸੀ ਮੇਰੇ ਵਿੱਚ ਤੇ ਪਾਰਟੀ ਨੂੰ ਵੀ ਸੀਗਾ ਕਿ ਮੈਂ ਪਹਿਲਾਂ ਹੀ ਉਹਨਾਂ ਨੂੰ ਸੁਜੈਸਟ ਕੀਤਾ ਕਿ ਆਪਾਂ ਵਿਨਿੰਗ ਕਾਰਟੂਨਸ ਬਣਾ ਲੈਂਦੇ ਹਾਂ। ਸੋ ਮੈਂ ਆਪ ਦੇ ਵੀ 2-3 ਬਣਾ ਲਏ ਸੀ ਵਿਨਿੰਗ, ਤੇ ਇਹ ਯੂਪੀ ਦੇ ਵੀ ਮੈਂ ਪਹਿਲਾਂ ਹੀ ਤਿਆਰ ਕਰਤੇ ਸੀ ਕਿ ਇਹਨਾਂ ਨੇ ਜਿੱਤਣਾ ਹੈ, ਔਰ ਰਿਜ਼ਲਟ ਤਾਂ ਤੁਹਾਡੇ ਸਾਹਮਣੇ ਆ ਹੀ ਗਿਆ ਸੀ। ਇੱਕ ਆਰਟ ਨੂੰ ਤਿਆਰ ਕਰਨ ਦੇ ਵਿੱਚ ਕਿੰਨਾ ਸਮਾਂ ਲੱਗਦਾ ਹੈ, ਤੇ ਸਿੰਸ ਤੁਸੀਂ ਮੈਰਿਡ ਹੋ, ਬੱਚਾ ਵੀ ਹੈ, ਤੇ ਫੈਮਿਲੀ ਲਾਈਫ ਤੇ ਇਹ ਪ੍ਰੋਫੈਸ਼ਨਲ ਲਾਈਫ ਨੂੰ ਮੈਨੇਜ ਕਰਨ ਦੇ ਵਿੱਚ ਕਿੰਨਾ ਕੀ ਦਿੱਕਤਾਂ ਮਹਿਸੂਸ ਹੁੰਦੀ ਹੈ? ਜੀ ਦੇਖੋ, ਹਾਂ ਥੋੜੇ ਜਿਹੇ ਡਿਫਿਕਲਟੀਜ਼ ਤਾਂ ਆਉਂਦੀਆਂ ਨੇ, ਬਟ ਅਗਰ ਤੁਹਾਡੀ ਫੈਮਿਲੀ ਤੁਹਾਡਾ ਸਾਥ ਦੇਵੇ, ਤੁਹਾਨੂੰ ਸਪੋਰਟ ਕਰੇ, ਤਾਂ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਆਪਣਾ ਮੰਜ਼ਿਲ ਨੂੰ ਦੂਰ ਰਹਿ ਸਕਦੇ ਹੋ। ਸੋ ਮੈਂ ਉਦੋਂ ਵੀ ਕੀ ਕਰਦੀ ਹੁੰਦੀ ਸੀ ਕਿ ਸਾਰਾ ਜੋ ਹੈ ਕੈਂਪੇਨ ਜਿਵੇਂ ਅਲੱਗ-ਅਲੱਗ ਹੁੰਦੇ ਸੀ ਤੇ ਸਭ ਦੇ ਉੱਤੇ ਆਈਡੀਏਸ਼ਨ ਕਰਨੀ ਸਟਾਰਟਿੰਗ ਦੇ ਵਿੱਚ, ਟਾਈਮ ਮੈਨੂੰ ਇੱਕ ਕਾਰਟੂਨ ਨੂੰ 2-3 ਆਵਰਸ ਲੱਗ ਜਾਂਦੇ ਸੀ, ਔਰ ਉਸ ਟਾਈਮ ਮੈਂ ਇੱਕ ਦਿਨ 'ਚ 5 ਕਾਰਟੂਨਸ ਵੀ ਡਿਲੀਵਰ ਕੀਤੇ ਨੇ ਅਲੱਗ-ਅਲੱਗ ਉਹਨਾਂ ਨੂੰ, ਬਿਕੋਜ਼ ਡੇਲੀ ਦਾ ਐਂਡ ਦੇ ਵੀ ਕੈਂਪੇਨ ਦੇ ਵਿੱਚ ਤਾਂ ਕਾਫੀ ਜ਼ਿਆਦਾ ਕੰਮ ਹੋ ਗਿਆ ਸੀ। ਸੋ ਇੱਕ ਡੇਲੀ ਮੈਨੂੰ ਜਾਂ 2-2 3-3 ਦੇਣੇ ਪੈਂਦੇ ਸੀਗੇ। ਸੋ ਇੱਦਾਂ ਚੱਲ ਰਿਹਾ ਸੀ। ਤੁਹਾਡਾ ਆਪਣਾ ਥਾਟ ਪ੍ਰੋਸੈਸ ਤਾਂ ਸੀਗਾ ਹੀ, ਬਟ ਫੈਮਿਲੀ ਦੇ ਵਿੱਚ ਤੁਸੀਂ ਕਿਹਾ ਕਿ ਸਪੋਰਟ ਸੀਗਾ, ਹੈ ਨਾ? ਤੇ ਕਦੇ ਫੈਮਿਲੀ ਵਾਲੇ ਕਹਿੰਦੇ ਸੀ ਕਿ ਤੁਸੀਂ ਐਦਾਂ ਕਰ ਸਕਦੇ ਹੋ, ਜਾਂ ਆਪਣੇ ਮਤਲਬ ਥੋੜਾ ਜਿਹਾ ਆਪਣਾ ਆਈਡੀਆ ਵੀ ਦਿੰਦੇ ਸੀ ਕਿ ਤੁਸੀਂ ਐਦਾਂ ਬਣਾ ਸਕਦੇ ਹੋ? ਹਾਂ ਦੇਖੋ, ਫੈਮਿਲੀ ਮੇਰੇ ਮਦਰ ਇਨ ਲਾਅ ਜੋ ਹੈਗੇ ਆ ਉਹ ਬੜੀ ਨਿਊਜ਼ ਦੇਖਦੇ ਨੇ। ਸੋ ਉਹ ਮੈਨੂੰ ਕਹਿੰਦੇ ਚੰਨੀ ਦਾ ਬਣਾ, ਤੂੰ ਇਹਦਾ ਬਣਾ, ਉਹਦਾ ਬਣਾ। ਸੋ ਉਹਨਾਂ ਤੋਂ ਵੀ ਮੈਨੂੰ ਆਈਡੀਆਜ਼, ਮਤਲਬ ਨਾ ਦੇਖੋ ਲੋਕਾਂ ਤੋਂ ਹੀ ਮੇਨ ਆਪਾਂ ਨੂੰ ਆਈਡੀਆਜ਼ ਮਿਲਦੇ ਆ। ਮੈਂ ਖੁਦ ਆਪਣੇ ਬਿਕੋਜ਼ ਮੈਂ ਲੋਕਾਂ ਨੂੰ ਹੀ ਭੇਜਣਾ ਹੈ ਕਾਰਟੂਨ, ਔਰ ਇਹ ਪੰਜਾਬੀ ਦੇ ਵਿੱਚ ਹੀ ਜਾਣੇ ਸੀ। ਸੋ ਜੋ ਉਹਨਾਂ ਦਾ ਥਾਟ ਪ੍ਰੋਸੈਸ ਹੈ, ਬਿਕੋਜ਼ ਜਿਹੜੇ ਨਿਊਜ਼ ਦੇਖਦੇ ਨੇ ਉਹਨਾਂ ਨੂੰ ਪਤਾ ਹੁੰਦਾ ਕੀ ਚੱਲ ਰਿਹਾ ਕੀ ਨਹੀਂ, ਬਿਕੋਜ਼ ਨਿਊਜ਼ 'ਚ ਸਾਰਾ ਕੁਝ ਆ ਜਾਂਦਾ ਹੈ। ਸੋ ਉਹ ਕਹਿੰਦੇ ਇਸ 'ਤੇ ਬਣਾ, ਤੂੰ ਇਸ 'ਤੇ ਬਣਾ, ਆਹ ਠੀਕ ਨਹੀਂ ਗੱਲ ਹੈਗੀ। ਸੋ ਹਸਬੈਂਡ ਵੀ ਮੇਰੇ ਕਾਫੀ ਦੇ ਦਿੰਦੇ ਸੀਗੇ ਆਪਣੇ ਵਿਊਜ਼ ਕਿ ਇਹ ਨਹੀਂ ਇੱਦਾਂ ਹੋ ਸਕਦਾ ਹੈ। ਜਿਹੜਾ ਕਾਲਮ ਚੱਲਿਆ ਸੀ ਇੱਕ ਗੁਸਤਾਖੀ ਮਾਫ, ਉਸ ਦਾ ਟਾਈਟਲ ਮੇਰੇ ਹਸਬੈਂਡ ਨੇ ਦਿੱਤਾ ਸੀ। ਹਾਂ, ਸੋ ਉਹ ਉੱਥੇ ਚੱਲਿਆ ਸੀ ਉਦੋਂ। ਜਿਵੇਂ ਇੱਕ ਐਕਟਰ ਹੁੰਦਾ ਹੈ, ਉਹ ਆਪਣੇ ਕੈਰੈਕਟਰ ਨੂੰ ਨਿਭਾਉਣ ਦੇ ਲਈ ਲੋਕਾਂ ਨੂੰ ਆਬਜ਼ਰਵ ਕਰਦਾ ਰਹਿੰਦਾ ਹੈ, ਤੇ ਤੁਸੀਂ ਵੀ ਲੋਕਾਂ ਨੂੰ ਆਬਜ਼ਰਵ ਕਰਦੇ ਰਹਿੰਦੇ ਹੋ? ਬਿਲਕੁਲ, ਮੈਂ ਹਰ ਟਾਈਮ ਆਬਜ਼ਰਵ ਹੀ ਕਰਦੀ ਰਹਿੰਦੀ ਹਾਂ। ਜੇ ਕਿਸੇ ਦਾ ਕਾਰਟੂਨ ਬਣਾਉਣਾ ਤਾਂ ਸਭ ਤੋਂ ਪਹਿਲਾਂ ਮੈਂ ਉਹਦੀ ਵੀਡੀਓਜ਼ ਦੇਖਦੀ ਹਾਂ। ਜਿਵੇਂ ਕੋਈ ਪੋਲੀਟੀਕਲ ਲੀਡਰਸ ਨੇ, ਉਹਨਾਂ ਦੀ ਇੰਟਰਵਿਊ ਸੁਣਦੀ ਹਾਂ ਕਿ ਉਹ ਕਿਸ ਟਾਈਮ ਕੀ ਕਰਦੇ ਨੇ ਜਾਂ ਉਹਨਾਂ ਦੇ ਕੀ ਰਿਐਕਸ਼ਨਸ ਨੇ, ਉਹ ਬੋਲਦੇ ਕਿਸ ਤਰ੍ਹਾਂ ਨੇ, ਉਸੇ ਤੋਂ ਉਹਨਾਂ ਦਾ ਨੇਚਰ ਦਾ ਪਤਾ ਚੱਲ ਜਾਂਦਾ। ਤਾਂ ਇਹਦੇ ਨਾਲ ਮੈਨੂੰ ਜਲਦੀ ਆਸਾਨੀ ਨਾਲ ਕੈਰੈਕਟਰ ਨਿਕਲ ਜਾਂਦਾ ਉਸਦਾ। ਲੋਕਾਂ ਦੇ ਵੀ ਕਾਰਟੂਨ ਬਣਾਉਂਦੇ ਹੋ, ਜਿਵੇਂ ਕੋਈ ਕਹਿ ਦੇ ਤੁਹਾਨੂੰ ਕਿ ਸਾਡੇ ਬਣਾ ਦਿਓ ਜਾਂ ਇੱਦਾਂ ਕੁਝ? ਹਾਂਜੀ, ਮੈਂ ਉਹੀ ਕਹਿ ਰਹੀ ਹਾਂ, ਜਦੋਂ ਮੈਂ HT ਛੱਡਿਆ ਸੀ ਉਦੋਂ ਮੈਂ ਨਾ ਬੋਰ ਹੋ ਗਈ ਸੀ ਪੋਲੀਟੀਕਲ ਬਣਾ ਕੇ। ਸੋ ਮੈਂ ਸੋਚਿਆ ਕੁਝ ਡਿਫਰੈਂਟ ਸਟਾਰਟ ਕਰਦੀ ਹਾਂ, ਤੇ ਉਸ ਵੇਲੇ ਮੇਰੇ ਤੋਂ ਸਭ ਤੋਂ ਪਹਿਲਾਂ ਕਾਰਟੂਨ ਬਣਵਾਇਆ ਸੀ ਕਸਟਮਾਈਜ਼ਡ ਪੋਰਟਰੇਟ ਖੁਸ਼ਵੰਤ ਜੀ ਨੇ, ਜੋ ਚੰਡੀਗੜ੍ਹ ਆਥਰ ਹੈਗੇ ਨੇ, ਉਹਨਾਂ ਨੇ ਕਰਵਾਇਆ ਸੀ। ਤੇ ਉਸ ਤੋਂ ਬਾਅਦ ਬਈ ਸਭ ਨੂੰ ਪਤਾ ਲੱਗ ਗਿਆ ਤੇ ਮੈਨੂੰ ਆਰਡਰਸ ਆਉਣੇ ਸ਼ੁਰੂ ਹੋ ਗਏ, ਕਾਫੀ ਅਬਰੋਡ ਤੋਂ ਵੀ ਆਏ ਨੇ ਤੇ ਹੁਣ ਵੀ ਆਉਂਦੇ ਹੀ ਰਹਿੰਦੇ ਨੇ, ਜਿਵੇਂ ਵੈਡਿੰਗ ਦਾ ਹੋ ਗਿਆ, ਬਰਥਡੇਜ਼ ਦਾ ਹੋ ਗਿਆ। ਕਿਉਂਕਿ ਨਾ ਮੇਰਾ ਡਿਫਰੈਂਟ ਜਿਹਾ ਸਟਾਈਲ ਹੈ, ਮੈਂ ਸਿੱਧਾ ਇੱਦਾਂ ਫੋਟੋਜ਼ ਲੈ ਕੇ ਨਹੀਂ ਬਣਾ ਰਹੀ ਕਿਸੇ ਦਾ ਵੀ। ਸਭ ਤੋਂ ਪਹਿਲਾਂ ਮੈਂ ਉਸਦਾ ਨੇਚਰ ਜਾਣਦੀ ਹਾਂ, ਉਸਦੇ ਇੰਟਰਸਟ ਜਾਣਦੀ ਹਾਂ, ਉਸਦੀ ਹੌਬੀਜ਼, ਉਸਦੇ ਫੇਵਰੇਟ ਕਲਰਸ, ਉਹ ਸਭ ਕੁਝ ਜਦੋਂ ਮੈਂ ਉਹਦੇ ਵਿੱਚ ਪਾ ਦਿੰਦੀ ਹਾਂ ਨਾ, ਤਾਂ ਉਸਨੂੰ ਬਹੁਤ ਪਸੰਦ ਆਉਂਦਾ ਗਿਫਟ। ਸੋ ਇਸ ਕਰਕੇ ਕਾਫੀ ਕਾਰਟੂਨ ਦਾ ਨਾਮ ਬਣ ਚੁੱਕਿਆ ਹੁਣ ਇਲੈਕਸ਼ਨਸ ਹੋ ਗਏ ਨੇ, ਹੈ ਨਾ? ਤੇ ਹੁਣ ਮਾਈਂਡ ਕਿੱਦੇ ਵੱਲ ਚੱਲ ਰਿਹਾ, ਕੀ ਕਰਨਾ ਹੁਣ ਅੱਗੇ, ਮਤਲਬ ਕਿੱਦਾਂ ਕੀ ਬਣਾ ਰਹੇ ਹੋ ਅੱਜ ਕੱਲ? ਦੇਖੋ, ਇੱਕ ਤਾਂ ਹਾਲੇ ਕੈਂਪੇਨਸ ਵੀ ਮੇਰੇ ਚੱਲ ਰਹੇ ਆ, ਹਿਮਾਚਲ ਦੇ ਸ਼ੁਰੂ ਹੋ ਗਏ ਨੇ। ਸੋ ਹਾਂਜੀ, ਸੋ ਉਸ ਦੀ ਤਿਆਰੀ ਸ਼ੁਰੂ ਹੋ ਗਈ ਆ ਮੇਰੀ, ਤੇ ਨਾਲ ਮੇਰੇ ਆਰਡਰਸ ਵੀ ਹੈਗੇ ਨੇ, ਸੋ ਉਹ ਵੀ ਮੈਂ ਕੰਪਲੀਟ ਕਰ ਰਹੀ ਹਾਂ। ਇਸ ਤੋਂ ਇਲਾਵਾ ਅਪਾਰਟ ਫਰਮ ਦਿਸ, ਤੁਹਾਡੀ ਹੌਬੀ ਦੀ ਗੱਲ ਕਰੀਏ, ਕਿਸ ਚੀਜ਼ ਦਾ ਸ਼ੌਕ ਰੱਖਦੇ ਹੋ? ਮੈਨੂੰ ਦੇਖੋ ਸ਼ੁਰੂ ਤੋਂ ਹੀ ਇਸੇ ਦਾ ਸ਼ੌਂਕ ਰਿਹਾ ਕਾਰਟੂਨਸ ਦਾ, ਸੋ ਉਹੀ ਮੈਂ ਕਰ ਰਹੀ ਹਾਂ। ਇਹ ਬੜੇ ਅੱਛੀ ਗੱਲ ਆ ਕਿ ਅਗਰ ਤੁਹਾਡੀ ਹੌਬੀ ਉਹ ਤੁਹਾਡਾ ਪ੍ਰੋਫੈਸ਼ਨ ਬਣ ਜੇ, ਸੋ ਉਹ ਮੇਰਾ ਬਣ ਚੁੱਕੀ ਆ। ਸੋ ਮੈਨੂੰ ਇਸ ਦੇ ਨਾਲ ਬਹੁਤ ਪਿਆਰ ਆ। ਹਾਲੇ ਤੱਕ ਕਦੇ ਲੱਗਿਆ ਕਿ ਬ੍ਰੇਕਡਾਊਨ ਹੋਇਆ ਕਦੇ, ਕਿ ਲਾਈਫ ਇਜ਼ ਅਬ ਕੁਛ ਹੈ ਨਹੀਂ ਲਾਈਫ ਦੇ ਵਿੱਚ, ਜਾਂ ਹਾਲੇ ਤੱਕ ਲੱਗ ਰਿਹਾ ਕਿ ਹਾਲੇ ਤੱਕ ਸਾਰਾ ਕੁਝ ਠੀਕ ਹੀ ਰਿਹਾ ਹੈ? ਨਹੀਂ, ਹਾਲੇ ਤੱਕ ਤਾਂ ਸਾਰਾ ਕੁਝ ਹੀ ਠੀਕ ਰਿਹਾ ਹੈ, ਮਤਲਬ ਐਸਾ ਕੁਝ ਹੋਇਆ ਨਹੀਂ ਸੀ। ਹਾਂ, 2020 'ਚ ਜਦੋਂ ਮੇਰੀ ਜੌਬ ਲੇ ਆਫ ਹੋ ਗਈ ਸੀ, ਉਦੋਂ ਮੈਨੂੰ ਜ਼ਰੂਰ ਹੋ ਗਿਆ ਸੀ ਕਿ ਕਿਆ ਮੇਰੇ ਕੰਮ 'ਚ ਕਮੀ ਸੀ ਜਾਂ ਕੀ ਰੀਜ਼ਨ ਸੀ, ਕੀ ਹੋ ਗਿਆ ਸੀ ਉਦੋਂ। ਸੋ ਉਦੋਂ ਬ੍ਰੇਕਡਾਊਨ ਸੀਰੀਅਸਲੀ ਹੋ ਗਿਆ ਸੀ ਮੇਰਾ, ਤੇ ਬਟ ਫਿਰ ਵੀ ਮੈਂ ਡਟੀ ਰਹੀ, ਆਪਣਾ ਕੰਮ ਕੀਤਾ ਔਰ ਦਿਖਾਇਆ ਦੁਨੀਆ ਨੂੰ, ਔਰ ਤੁਸੀਂ ਦੇਖ ਲਓ ਹੁਣ
ਮੈਂ ਇੱਥੇ ਹਾਂ। ਸੋ ਇਹੀ ਮੈਂ ਤਾਂ ਮੈਸੇਜ ਇਹੀ ਦਊਂਗੀ ਕਿ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਆ, ਕਿ ਕਿਸੇ ਦਾ ਉਹ ਨਹੀਂ ਕਰਨਾ ਚਾਹੀਦਾ ਕਿ ਉਹ ਸਾਡੇ ਤੋਂ ਬੌਸ ਹੈ ਜਾਂ ਉਹ ਸਾਡੇ ਤੋਂ ਵੱਡੇ ਹੈ, ਸਾਨੂੰ ਅੱਗੇ ਲੈ ਕੇ ਜਾਣਗੇ। ਨਹੀਂ, ਤੁਹਾਡਾ ਕੰਮ ਹੀ ਬੋਲਦਾ ਹੈ, ਤੁਹਾਡਾ ਕੰਮ ਹੀ ਤੁਹਾਨੂੰ ਅੱਗੇ ਲੈ ਕੇ ਜਾਏਗਾ। ਟਰਨਿੰਗ ਪੁਆਇੰਟ ਕੀ ਰਿਹਾ ਹਾਲੇ ਤੱਕ? ਟਰਨਿੰਗ ਪੁਆਇੰਟ ਦੇਖੋ, ਇਹੀ ਮੇਰੇ ਲਈ ਟਰਨਿੰਗ ਪੁਆਇੰਟ ਆ ਕਿ ਮੈਂ ਕਾਰਟੂਨ ਨੂੰ ਇੰਨਾ ਅੱਗੇ ਤੱਕ ਲੈ ਆਈ, ਮੈਂ ਇਹੀ ਕਹਿ ਸਕਦੀ ਹਾਂ। ਹਾਲੇ ਤੱਕ ਜਿਹੜਾ ਅਚੀਵ ਕਰਨਾ ਸੀ ਕਰ ਲਿਆ ਜਾਂ ਐਸਪੀਰੇਸ਼ਨਸ ਆਈ ਨੇ? ਹਲੇ ਤਾਂ ਬਹੁਤ ਕੁਝ ਅਚੀਵ ਕਰਨਾ ਹੈ, ਇਹ ਤਾਂ ਜਸਟ ਸਟਾਰਟਿੰਗ ਆ। ਸੋ ਹੁਣ ਮੈਨੂੰ ਹੋਰ ਹੋ ਰਿਹਾ ਕਿ ਮੈਂ ਹਲੇ ਬਹੁਤ ਕੁਝ ਅਚੀਵ ਕਰਨਾ ਹੈ। ਮੇ ਬੀ ਇਨ ਫਿਊਚਰ ਮੈਂ ਆਪਣਾ ਇੱਕ ਚੈਨਲ ਸਟਾਰਟ ਕਰਾਂ ਡਿਜੀਟਲੀ, ਸੋ ਉਹਦੇ ਵਿੱਚ ਮੈਂ ਐਨੀਮੇਸ਼ਨਸ ਦਾ ਕੁਝ ਲੈ ਕੇ ਆਉਂਗੀ। ਐਨੀਮੇਸ਼ਨਸ ਤੇ ਗ੍ਰਾਫਿਕ ਡਿਜ਼ਾਈਨਿੰਗ ਇਹ ਅਸੀਂ ਦੇਖਦੇ ਹੀ ਹਾਂ, ਤੇ ਤੁਹਾਨੂੰ ਕੀ ਲੱਗਦਾ ਹੈ ਜਦ ਤੋਂ ਡਿਜੀਟਲ ਇੰਡੀਆ ਭਾਰਤ ਦੇ ਵਿੱਚ ਆਇਆ ਕਿੰਨੀ ਤਬਦੀਲੀ ਆਰਟ ਦੇ ਵਿੱਚ ਨਜ਼ਰ ਆਈ ਹੈ? ਤੇ ਆਰਟ ਦੇ ਨਾ ਦੋ ਫਾਰਮਸ ਨੇ, ਲੋਕੀ ਕਈ ਪੁਰਾਣੇ ਆਰਟ ਪਸੰਦ ਕਰਦੇ ਨੇ ਜਿਹੜੇ ਕਿ ਉਹ ਫਿਜ਼ੀਕਲੀ ਦੇਖਣ, ਤੇ ਇੱਕ ਡਿਜੀਟਲੀ। ਦੋਨੋਂ ਦੇ ਵਿੱਚ ਕਿੰਨਾ ਕਿ ਡਿਫਰੈਂਸ ਮਹਿਸੂਸ ਕਰਦੇ ਹੋ ਕਿ ਹੁਣ ਲੋਕੀ ਐਕਸੈਪਟ ਕਰਨੇ ਲੱਗਣਗੇ, ਮਤਲਬ ਐਕਸੈਪਟ ਕਰ ਰਹੇ हैं ਕਿ ਡਿਜੀਟਲੀ ਵੀ ਆਰਟ ਹੁੰਦਾ ਹੈ, ਕਿਉਂਕਿ ਕਈ ਲੋਕ ਨਹੀਂ ਕਰਦੇ। ਹਾਂ, ਮੈਂ ਇਹ ਕਹੂੰਗੀ ਕਿ ਹੁਣ ਲੋਕੀ ਕਰ ਰਹੇ ਨੇ ਡਿਜੀਟਲ ਆਰਟ ਐਕਸੈਪਟ, ਬਿਕਾਜ਼ ਨਾ ਜੋ ਪੁਰਾਣਾ ਆਰਟ ਸੀ, ਤੁਸੀਂ ਦੇਖ ਲਓ ਡਿਫਰੈਂਸ ਪਹਿਲਾਂ ਤਾਂ ਇਹੀ ਹੈ ਕਿ ਡਿਜੀਟਲ ਆਰਟ ਤੁਸੀਂ ਕਿਤੇ ਵੀ ਰੱਖ ਸਕਦੇ ਹੋ, ਪੈਨ ਡਰਾਈਵ 'ਚ, ਹਾਰਡ ਡਰਾਈਵ 'ਚ, ਕਿਤੇ ਵੀ ਰੱਖ ਸਕਦੇ ਹੋ, ਔਰ ਕਿੰਨਾ ਵੱਡਾ ਤੁਸੀਂ ਕਿਸੇ ਵੀ ਸਾਈਜ਼ ਦੇ ਵਿੱਚ ਬਣਾ ਸਕਦੇ ਹੋ। ਅਗਰ ਆਪਾਂ ਫਿਜ਼ੀਕਲ ਆਰਟ ਦੀ ਗੱਲ ਕਰੀਏ ਤਾਂ ਉਸ ਦੀ ਲਾਈਫ ਇੰਨੀ ਨਹੀਂ ਹੁੰਦੀ, ਕੁਝ ਕੁ ਸਾਲਾਂ ਤੱਕ, 10 ਸਾਲ 12 ਸਾਲ, ਉਸ ਤੋਂ ਬਾਅਦ ਉਸ ਨੂੰ ਰਿਪੇਅਰ ਦੀ ਲੋੜ ਪੈ ਜਾਂਦੀ ਆ। ਸੋ ਮੈਂ ਇਹ ਕਹੂੰਗੀ, ਬਾਕੀ ਇਹ ਕਹੂੰਗੀ ਕਿ ਅੱਜ ਕੱਲ੍ਹ ਜੋ ਹੈ NFT ਕਿੰਨਾ ਕੁਝ ਚੱਲ ਪਿਆ ਹੈ, ਸੋ ਡਿਜੀਟਲ ਕੋਇਨਸ ਸਟਾਰਟ ਹੋ ਗਏ ਨੇ। ਸੋ ਇਹ ਕਾਫੀ ਅੱਗੇ ਜਾਏਗਾ, ਵਾਈਡ ਜਾਏਗਾ, ਡਿਜੀਟਲ ਹੀ ਲੋਕਾਂ ਨੂੰ ਕਰਨਾ ਪੈਣਾ ਹੈ ਆਉਣ ਵਾਲੇ ਟਾਈਮ 'ਚ। ਕੁੜੀਆਂ ਹੈ ਕਈ ਐਸਪੀਰੇਸ਼ਨ ਰੱਖਦੀ ਹੈ ਕਿ ਉਹ ਵੀ ਕਾਰਟੂਨਿਸਟ ਬਣੇ, ਕਾਲ ਕਰਦੀਆਂ? ਹਾਂ, ਮੈਨੂੰ ਆ ਰਹੀਆਂ ਨੇ, ਹੁਣ ਕਾਲਸ ਆ ਰਹੀਆਂ ਨੇ, ਬਿਕਾਜ਼ ਉਹ ਕਹਿੰਦੇ ਨੇ ਕਿ ਅਸੀਂ ਕਿਵੇਂ ਇਸ ਨੂੰ ਕਰੀਏ। ਇਵਨ ਸਕੂਲ ਦੇ ਕਈ ਪ੍ਰਿੰਸੀਪਲਸ ਨੇ ਮੈਨੂੰ ਕੰਟੈਕਟ ਕੀਤਾ ਹੈ ਕਿ ਤੁਸੀਂ ਲੈਕਚਰ ਦਿਓ, ਆ ਕੇ ਦੱਸੋ ਸਾਡੇ ਬੱਚਿਆਂ ਨੂੰ ਵੀ ਕਿਵੇਂ ਬੱਚੇ ਇਸ ਨੂੰ ਡਿਜੀਟਲ ਆਰਟ ਨੂੰ ਅੱਗੇ ਲੈ ਕੇ ਜਾ ਸਕਦੇ ਆ। ਸੋ ਮੈਂ ਉਹਨਾਂ ਨੂੰ ਫਿਰ ਗਾਈਡ ਕਰ ਦਿੰਦੀ ਹਾਂ, ਜਿੰਨਾ ਮੈਨੂੰ ਪਤਾ ਹੈ ਉਸ ਦੇ ਅਕੋਰਡਿੰਗ ਦੱਸ ਦਿੰਦੀ ਹਾਂ। ਅਸੀਂ ਪੰਜਾਬ 'ਚ ਰਹਿੰਦੇ ਹਾਂ, ਤੇ ਕੀ ਪੰਜਾਬ ਵਾਸਤੇ ਜਿਹੜੇ ਲੋਕੀ ਬਾਹਰ ਰਹਿੰਦੇ ਨੇ, ਖਾਸ ਕਰ ਉਹ ਪੰਜਾਬ ਬਾਰੇ ਜਾਣਨਾ ਚਾਹੁੰਦੇ ਕਿ ਕੋਈ ਸੀਰੀਜ਼ ਸ਼ੁਰੂ ਕੀਤੀ ਹੈ ਜਾਂ ਕਦੇ ਕਰੀਏ? ਪੰਜਾਬ ਦੇ ਸਿੱਖ ਇਤਿਹਾਸ ਬਾਰੇ ਕੁਝ ਬਣਾਇਆ ਹਾਲੇ ਤੱਕ? ਨਹੀਂ, ਮੈਂ ਹਲੇ ਬਣਾਇਆ ਨਹੀਂ, ਬਟ ਮੈਨੂੰ ਕਈਆਂ ਨੇ ਕਿਹਾ ਸੀ, ਸੋ ਮੈਂ ਕਰੂੰਗੀ ਸਟਾਰਟ, ਇਹ ਵੀ ਕਰੂੰਗੀ ਸੀਰੀਜ਼ ਇੱਕ ਸਟਾਰਟ। ਬਿਲਕੁਲ ਦੇ ਲਈ। ਤੇ ਬਿਲਕੁਲ ਜਿਹੜਾ ਐਸਪੀਰੇਸ਼ਨਸ ਹੈ ਉਹ ਉੱਥੇ ਰੁਕਣ ਨਹੀਂ ਵਾਲੀਆਂ, ਅੱਗੇ ਜਿਹੜਾ ਹੋਰ ਵੀ ਇਹਨਾਂ ਨੇ ਸੋਚਿਆ ਹੈ ਕਿ ਬਹੁਤ ਕੁਝ ਕਰਨਾ ਹੈ। ਤੇ ਇੱਕ ਗੱਲ ਇਹਨਾਂ ਨੇ ਕਹੀ ਕਿ ਕੰਮ ਬੋਲਦਾ ਹੈ ਤੇ ਇਹਨਾਂ ਦਾ ਕੰਮ ਬੋਲ ਰਿਹਾ ਹੈ। ਕੈਮਰਾ ਪਰਸਨ ਅਜੇ ਸਿੰਘ ਰਾਣਾ ਦੇ ਨਾਲ ਪੂਜਾ ਵਰਮਾ, ਪੰਜਾਬ ਟੁਡੇ।